एक दिन सच्चे पातशाह धन श्री गुरु अमरदास साहिब जी महाराज बैठे शोभा पा रहे सन तां उत्थे एक सिद्ध जोगी आया। वंदना करके बोलिया, आप जी ने जद तो गुरियाई लई है तद तो मैं हिरदे विच शरदा धारी है ते आप जी दे हितकारी दर्शन करना चाहुंदा रहा हाँ। हुण मेरे वड्डे भाग जागे हन कि मैं आप जी दे आके दर्शन कीते हन। मैं काफ़ी लंबे समय तक जोग तप कीते हन अते सिद्धियां प्राप्त करके कई मनुखां नूं अपने अधीन कीता है, पर मेरे अपने मन विच शांति नहीं आई है। बेशक सारे जगत दे लोग मैनूं मनदे हन। सब तरह नाल वेख के मैं हिरदे विच विचार कीती है। यह सिद्धां दा लौकिक विहार है। कष्ट सह सह के जोग तप तापिया है, पर मैनूं आनंद प्राप्त नहीं होया। हे सुखां दे दाते, मैनूं अपनी शरण विच रखो। उस तरह का उपदेश दिओ जिस तरह मैं आनंद प्राप्त करां। लंबे समय तो मेरी आशा है। वड्डी किरपा करके मेरी यह आस पूरी कर दिओ। गुरु जी ने जोगी नूं अपना भगत जाणिया ते सतगुरु जी ने उसनूं कहा, यह शरीर छड्ड के होर शरीर धारण करो, फिर साडे पास आके आनंद लवो। गुरु जी पासों इस तरह सुन के चला गया। गुरु जी दे प्रेम नूं हिरदे विच धारण करके अते सारे जग तो वैरागमई हो के अपनी इच्छा अनुसार शरीर नूं छड्ड दिता। ओह जोगी वासना धार के दूजे जन्म विच गुरु जी दी कुल विच पैदा होया। गुरु जी दा आग्याकारी हो के अपनी इच्छा लैके प्रगट होया। श्री गुरु अमरदास जी दे घर 2 सुपुत्र पैदा होए सन। ਉਹ ਇੰਨੇ शुभ सन मानो चंद होण। ਵੱਡੇ ਦਾ ਨਾਂ ਮੋਹਨ ਸੀ, ਜਿਹੜਾ ਵੱਡਾ ਵੈਰਾਗਵਾਨ ਅਤੇ ਨਿਸ਼ਕਾਮ ਸੀ। ਉਹ ਗਿਆਨ ਦੇ ਆਨੰਦ ਵਿੱਚ ਸਦਾ ਲੀਨ ਰਹਿੰਦੇ ਸਨ। ਉਹਨਾਂ ਦੇ ਹਿਰਦੇ ਵਿੱਚ ਲੇਸ਼ ਮਾਤਰ ਵੀ ਵਿਕਾਰ ਨਹੀਂ ਸੀ। ਵੱਡੇ ਅਵਧੂਤ ਸਨ ਅਤੇ ਸਦਾ ਇਕੱਲੇ ਰਹਿੰਦੇ ਸਨ। ਕਿਸੇ ਦੀ ਗੱਲ ਸੁਣਦੇ ਨਹੀਂ ਸਨ ਅਤੇ ਨਾ ਹੀ ਆਪ ਕਿਸੇ ਨੂੰ ਮੁਖ ਨਾਲ ਕੁਝ ਕਹਿੰਦੇ ਸਨ। ਮੌਨ ਧਾਰ ਕੇ ਸਥਿਰ ਰਹਿੰਦੇ ਸਨ। ਸਭ ਗੁਣਾਂ ਦੇ ਸਮੂਹ ਦੇ ਮਾਨੋ ਉਹ ਮੰਦਰ ਸਨ। ਉਹਨਾਂ ਦਾ ਕਦੀ ਵੀ ਪਰਾਈ ਬਿਰਤੀ ਵਿੱਚ ਚਿੱਤ ਨਹੀਂ ਸੀ ਜਾਂਦਾ। ਸਦਾ ਹੀ ਸ਼ਾਂਤ ਰਸ ਦਾ ਸਵਾਦ ਗ੍ਰਹਿਣ ਕਰਦੇ ਸਨ। ਦੂਸਰੇ ਸਪੁੱਤਰ ਦਾ ਨਾਂ ਮੋਹਰੀ ਸੀ, ਜਿਹੜੇ ਬੜੇ ਚਤੁਰ ਸਨ। ਜਗਤ ਦੇ ਕਾਰੋਬਾਰ ਵਿੱਚ ਉਹ ਬੜੇ ਬੁੱਧੀਵਾਨ ਸਨ। ਇਹਨਾਂ ਦਾ ਜਿਹੜਾ ਪਹਿਲਾ ਸਪੁੱਤਰ ਪੈਦਾ ਹੋਇਆ ਉਸ ਦਾ ਨਾਂ ਅਰਥਮਲ ਰੱਖਿਆ। ਪਰਮ ਭਗਤੀ ਦੇ ਗੁਣਾਂ ਦੇ ਸਮੂਹ ਨੂੰ ਪ੍ਰੇਮ ਕਰਨ ਵਾਲਾ ਸੀ। ਜਿਹੜਾ ਵੱਡੇ ਭਾਗਾਂ ਵਾਲਾ ਗੁਰੂ ਜੀ ਦੀ ਕੁਲ ਵਿੱਚ ਪੈਦਾ ਹੋਇਆ, ਉਸ ਦੇ ਪਿੱਛੋਂ ਜਿਹੜਾ ਗੁਰੂ ਜੀ ਪਾਸ ਜੋਗੀ ਆਇਆ ਸੀ, ਉਹ ਬਹੁਤ ਪ੍ਰਸੰਨ ਹੋ ਕੇ ਪੈਦਾ ਹੋਇਆ। ਉਸਨੇ ਪਿਛਲੇ ਜਨਮ ਵਿੱਚ ਬਹੁਤ ਸਾਲ ਜੋਗ ਤਪ ਕੀਤਾ ਸੀ। ਉਹ ਗੁਰੂ ਜੀ ਦੇ ਘਰ ਪੋਤਰਾ ਰੂਪ ਹੋ ਕੇ विशाल शरदा धारण करके पैदा होया। ज्ञान प्राप्त करके उसने आनंद प्राप्त किया। ज्ञान आनंद की प्राप्ति लई जो वासना है वह भली ते मुक्तिदाता है। अंतरजामी गुरु जी सब कुछ जान गए। जद उन्होंने अपने कन्नां नाल पोतरे के जन्म बारे सुनिया तां भाई बल्लू नूं आग्या की, जो मोहरी के घर पुत्र पैदा होया है उसनों मेरे पास लियाओ, ਜਿਹੜਾ ਆਨੰਦ ਦੀ ਇੱਛਾ ਧਾਰ ਕੇ ਪੈਦਾ ਹੋਇਆ ਹੈ। ਇਹ ਸੁਣ ਕੇ ਸੇਵਕ ਉਸ ਥਾਂ ਗਿਆ ਜਿਵੇਂ ਗੁਰੂ ਜੀ ਨੇ ਫਰਮਾਇਆ ਸੀ। ਮੋਹਰੀ ਪਰਿਵਾਰ ਨੂੰ ਦੱਸਿਆ। ਗੁਰੂ ਜੀ ਦੇ ਆਗਿਆ ਨੂੰ ਕੌਣ ਮੋੜ ਸਕਦਾ ਸੀ। ਤੁਰੰਤ ਥੋੜਾ ਸਮਾਂ ਪਹਿਲਾਂ ਜਨਮੇ ਕੋਮਲ ਬਾਲ ਨੂੰ ਰੂਈ ਸਹਿਤ ਵਸਤਰਾਂ ਨਾਲ ਲਪੇਟ ਦਿੱਤਾ। ਭਾਈ ਬੱਲੂ ਨੇ ਉਸ ਨੂੰ ਚੁੱਕ ਕੇ ਆਪਣੇ ਹੱਥਾਂ 'ਤੇ ਰੱਖ ਲਿਆ। ਹੌਲੀ ਹੌਲੀ ਸਤਿਗੁਰੂ ਜੀ ਦੇ ਪਾਸ ਲਿਆਇਆ। ਇਹ ਬੜਾ ਵਡਭਾਗੀ ਹੈ, ਸਾਰਿਆਂ ਨੇ ਮਨ ਵਿੱਚ ਜਾਣਿਆ। ਸਤਿਗੁਰੂ ਜੀ ਨੇ ਪੋਤਰੇ ਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ। ਸਾਰੇ ਪਰਿਵਾਰ ਨੇ ਬੜੀ ਖੁਸ਼ੀ ਮਨਾਈ। ਭਗਵੰਤ ਗੁਰੂ ਜੀ ਭਾਈ ਬੱਲੂ ਨੂੰ ਕਹਿਣ ਲੱਗੇ, ਇਹ ਵੱਡੇ ਸ਼ੁਭ ਸੰਤ ਨੇ ਅਵਤਾਰ ਧਾਰਨ ਕੀਤਾ ਹੈ। ਇਸ ਦੇ ਹਿਰਦੇ ਵਿੱਚ ਆਨੰਦ ਦੀ ਇੱਛਾ ਹੈ।
ਇਸਨੇ ਸਾਡੀ ਕੁੱਲ ਵਿੱਚ ਜਨਮ ਲਿਆ ਹੈ। ਇਸ ਦਾ ਨਾਂ ਆਨੰਦ ਰੱਖੋ। ਇਹ ਮਹਾਂਪੁਰਖ ਹੋਵੇਗਾ ਅਤੇ ਸਾਰੇ ਗੁਣ ਗ੍ਰਹਿਣ ਕਰੇਗਾ। ਅਸੀਂ ਵੀ ਇਸ ਨੂੰ ਸੁੰਦਰ ਬਾਣੀ ਉਚਾਰਨ ਕਰਕੇ ਗੁਣਾਂ ਦਾ ਘਰ ਰੂਪੀ ਨਜ਼ਰਾਨਾ ਦਿਆਂਗੇ। ਉਸ ਬਾਣੀ ਦਾ ਨਾਂ ਵੀ ਆਨੰਦ ਰੱਖਾਂਗੇ। ਉਹ ਬਾਣੀ ਮਨੋਕਾਮਨਾ ਦੇਣ ਵਾਲੀ ਹੋਵੇਗੀ, ਜਿਸ ਦਾ ਅਸੀਂ ਉਚਾਰਨ ਕਰਾਂਗੇ। ਇਸ ਤਰ੍ਹਾਂ ਭਾਈ ਬੱਲੂ ਨੂੰ ਕਹਿ ਕੇ ਗੁਰੂ ਜੀ ਬੜੇ ਉਤਸ਼ਾਹ ਨਾਲ ਬਾਣੀ ਉਚਾਰਨ ਲੱਗੇ। ਚਿੱਤ ਵਿੱਚ ਬੜਾ ਮੋਹ ਧਾਰਨ ਕਰਕੇ ਪੋਤਰੇ ਨੂੰ ਗੋਦੀ ਵਿੱਚ ਚੁੱਕਿਆ ਸੀ ਅਤੇ ਬਾਣੀ ਦਾ ਉਚਾਰਨ ਕਰ ਰਹੇ ਸਨ। ਉਹਨਾਂ ਨੇ 38 ਪੌੜੀਆਂ ਆਪਣੇ ਪੋਤਰੇ ਨੂੰ ਸਮਰਪਣ ਕਰਕੇ ਉਚਾਰਨ ਕੀਤੀਆਂ। ਜਿਵੇਂ ਪੋਤਰੇ ਦਾ ਨਾਂ ਆਨੰਦ ਰੱਖਿਆ ਸੀ, ਉਸ ਤਰ੍ਹਾਂ ਬਾਣੀ ਦਾ ਨਾਂ ਵੀ ਆਨੰਦ ਰੱਖਿਆ। ਬਾਣੀ ਦਾ ਨਾਮ ਆਨੰਦ ਰੱਖ ਕੇ ਗੁਰੂ ਜੀ ਵੀ ਆਨੰਦਿਤ ਹੋ ਗਏ। ਫਿਰ ਭਾਈ ਬੱਲੂ ਨੂੰ ਬਾਲਕ ਫੜਾ ਦਿੱਤਾ। ਉਹ ਉਸ ਨੂੰ ਤੁਰੰਤ ਚੁੱਕ ਕੇ ਘਰ ਲੈ ਗਿਆ। ਬਾਲਕ ਦੀ ਮਾਤਾ ਜੀ ਨੂੰ ਬੱਚਾ ਫੜਾ ਦਿੱਤਾ। ਉਹ ਆਪਣੇ ਪੁੱਤਰ ਨੂੰ ਵੇਖ ਕੇ ਬਹੁਤ ਪ੍ਰਸੰਨ ਹੋਏ। ਜਦ ਭਾਈ ਬੱਲੂ ਦੁਬਾਰਾ ਗੁਰੂ ਜੀ ਦੇ ਪਾਸ ਆਇਆ ਤਾਂ ਗੁਰੂ ਜੀ ਨੇ ਆਨੰਦ ਮੰਗਲ ਪੈਦਾ ਕਰਨ ਵਾਲੇ ਬਚਨ ਦਾ ਉਚਾਰਨ ਕੀਤਾ। ਹੇ ਭਾਈ ਬੱਲੂ, ਹੁਣ ਢੋਲਕੀ ਆਪਣੇ ਹੱਥ ਵਿੱਚ ਲੈ ਲਓ। ਕੋਠੇ ਉੱਤੇ ਚੜ੍ਹ ਕੇ ਚੰਗੀ ਸੁਰ ਦੇ ਨਾਲ ਢੋਲਕੀ ਵਜਾਉਂਦੇ ਹੋਏ ਆਨੰਦ ਦੀ ਬਾਣੀ ਦਾ ਗਾਇਨ ਕਰੋ। ਬਹੁਤ ਲੋਕਾਂ ਨੂੰ ਸੁਣਾ ਕੇ ਉਹਨਾਂ ਨੂੰ ਖੁਸ਼ ਕਰੋ। ਇਹ ਬਾਣੀ ਸੁੰਦਰ ਗੁਣਾਂ ਨਾਲ ਭਰੀ ਹੈ। ਜਿਹੜਾ ਵੀ ਇਸ ਬਾਣੀ ਨੂੰ ਸੁਣੇਗਾ, ਉਹ ਜੋ ਵੀ ਕਾਮਨਾ ਧਾਰੇਗਾ ਸੋ ਪਾਏਗਾ। ਨਿਤ ਇਸ ਨੂੰ ਪੜ੍ਹਨ ਦਾ ਨੇਮ ਪੂਰਾ ਕਰੋ। ਕੋਈ ਵੀ ਵਸਤੂ ਉਸ ਵਾਸਤੇ ਅਲੱਭ ਨਹੀਂ ਹੋਵੇਗੀ। ਜੋ ਚਾਹੇਗਾ ਸੋ ਪਾਏਗਾ। ਭਗਤੀ ਮੁਕਤੀ ਦਾ ਇਹ ਫਲ ਦੇਣ ਵਾਲੀ ਹੈ। ਸਾਰੇ ਪਦਾਰਥ ਸਹਿਜ ਸੁਭਾਅ ਪ੍ਰਾਪਤ ਕਰ ਲਏਗਾ। ਸਿੱਖਾਂ ਦੇ ਕਲਿਆਣ ਵਾਸਤੇ ਇਸ ਦੀ ਰਚਨਾ ਕੀਤੀ ਹੈ। ਪੜ੍ਹ ਸੁਣ ਕੇ ਉਹ ਮਹਾਨ ਸੁੱਖ ਪ੍ਰਾਪਤ ਕਰਨਗੇ। ਸਭ ਕਾਰਜਾਂ ਨੂੰ ਸਿੱਧ ਕਰੇਗੀ। ਜਿਹੜਾ ਵੀ ਇਸ ਨੂੰ ਪ੍ਰੇਮ ਨਾਲ ਧਾਰਨ ਕਰੇਗਾ। ਸਭ ਖੁਸ਼ੀਆਂ ਦੇ ਮੌਕੇ 'ਤੇ ਇਸ ਨੂੰ ਪੜ੍ਹਨ ਨਾਲ ਕਾਰਜ ਨਿਰਵਿਘਨ ਪੂਰੇ ਹੋਣਗੇ। ਗੁਰੂ ਜੀ ਦੀ ਆਗਿਆ ਪਾ ਕੇ ਸੇਵਕ ਬੱਲੂ ਆਪਣੇ ਪਾਸ ਢੋਲਕੀ ਲੈ ਕੇ ਤੁਰੰਤ ਕੋਠੇ 'ਤੇ ਚੜ੍ਹ ਗਿਆ ਤੇ ਉੱਤਮ ਧੁਨੀ ਵਿੱਚ ਢੋਲਕੀ ਵਜਾਉਣ ਲੱਗਾ। 38 ਪੌੜੀਆਂ ਦਾ ਉਸਨੇ ਗਾਇਨ ਕੀਤਾ ਅਤੇ ਬੜੀ ਉੱਚੀ ਆਵਾਜ਼ ਵਿੱਚ ਬਾਣੀ ਲੋਕਾਂ ਨੂੰ ਸੁਣਾਈ। ਜਿਨ੍ਹਾਂ ਨੇ ਵੀ ਆਪਣੇ ਕੰਨਾਂ ਨਾਲ ਸੁਣਿਆ, ਉਹਨਾਂ ਦਿਆਂ ਹਿਰਦਿਆਂ ਵਿੱਚ ਭਗਤੀ ਪ੍ਰਗਟ ਹੋ ਗਈ। ਆਨੰਦ ਦੇਣ ਵਾਲੀ ਸ਼ੁਭ ਬਾਣੀ ਦੀ ਰਚਨਾ ਕੀਤੀ, ਜਿਹੜੀ ਭਗਤੀ, ਵੈਰਾਗ ਅਤੇ ਗਿਆਨ ਨਾਲ ਭਰੀ ਹੋਈ ਸੀ। ਜਦ ਚੌਥੇ ਪਾਤਸ਼ਾਹ ਹੋਏ ਤਾਂ ਇੱਕ ਪੌੜੀ ਦੀ ਰਚਨਾ ਉਹਨਾਂ ਨੇ ਕੀਤੀ। ਇੱਕ ਪੌੜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਚ ਕੇ ਨਾਲ ਜੋੜੀ। ਆਨੰਦ ਦਾ ਮਹਾਤਮ 40 ਪੌੜੀਆਂ ਪੜ੍ਹ ਕੇ ਹੀ ਪ੍ਰਾਪਤ ਹੁੰਦਾ ਹੈ। ਜਿਹੜੇ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਅੰਮ੍ਰਿਤ ਵੇਲੇ ਕਰਦੇ ਹਨ, ਉਹਨਾਂ ਦਾ ਮੁਕਤੀ ਦਾਤੇ ਗੋਬਿੰਦ ਨਾਲ ਮੇਲ ਹੁੰਦਾ ਹੈ। ਜਦ ਕਾਫੀ ਸਮਾਂ ਬੀਤ ਗਿਆ ਤਾਂ ਫਿਰ ਗੁਰੂ ਜੀ ਦੇ ਤੀਸਰੇ ਪੋਤਰੇ ਨੇ ਜਨਮ ਲਿਆ। ਉਸ ਦਾ ਨਾਂ ਅਰਜਾਨੀ ਰੱਖਿਆ। ਉਹ ਪਿਛਲੇ ਜਨਮ ਵਿੱਚ ਸਤਿਗੁਰਾਂ ਦਾ ਵੱਡਾ ਭਗਤ ਸੀ। ਖੂਨ ਰਹਿਤ ਸੀ, ਇਸ ਲਈ ਉਸ ਵਿੱਚ ਪ੍ਰਾਣ ਨਹੀਂ ਸਨ। ਉਸ ਦੇ ਮਾਤਾ ਜੀ ਨੇ ਬਹੁਤ ਦੁੱਖ ਮਨਾਇਆ। ਉਸ ਨੂੰ ਲੈ ਕੇ ਗੁਰੂ ਜੀ ਦੇ ਪਾਸ ਪਹੁੰਚ ਗਏ। ਮਾਤਾ ਨੂੰ ਰੋਂਦੀ ਵੇਖ ਕੇ ਗੁਰੂ ਜੀ ਨੇ ਉਸ ਨੂੰ ਆਪਣਾ ਚਰਨ ਛੁਹਾਇਆ। ਉਸੇ ਵੇਲੇ ਜੀਵਿਤ ਹੋ ਗਿਆ। ਮਾਂ ਇਹ ਵੇਖ ਕੇ ਬਹੁਤ ਪ੍ਰਸੰਨ ਹੋ ਗਈ। ਜਦ ਕਾਫੀ ਸਮਾਂ ਘਰ ਵਿੱਚ ਬਤੀਤ ਕੀਤਾ ਤਾਂ ਬਾਲਕ ਫਿਰ ਚੜ੍ਹਾਈ ਕਰ ਗਿਆ। ਜਦ ਮਾਂ ਨੇ ਦੇਖਿਆ, ਦੁੱਖ ਨਾਲ ਆਤਰ ਹੋ ਕੇ ਗੁਰੂ ਜੀ ਦੇ ਪਾਸ ਆਈ। ਨਿਮਾਣੀ ਹੋ ਕੇ ਰੋਂਦੀ ਹੋਈ ਨੇ ਬੇਨਤੀ ਕੀਤੀ, ਹਜ਼ਾਰਾਂ ਲੋਕਾਂ ਦੀ ਸਹਾਇਤਾ ਕਰਦੇ ਹੋ। ਤੁਸੀਂ ਸਹਿਜ ਸੁਭਾਅ ਜਗਤ ਦੇ ਗੁਰੂ ਹੋ। ਇਸ ਕਰਕੇ ਮੇਰੇ ਤੇ ਆਪਣੀ ਕਿਰਪਾ ਕਰੋ। ਮੇਰੇ ਮਰੇ ਹੋਏ ਪੁੱਤਰ ਨੂੰ ਜੀਵਿਤ ਕਰੋ। ਨਿਮਾਣੀ ਨੂੰਹ ਦੇ ਜਦ ਬੋਲ ਸੁਣੇ ਤਾਂ ਉਹਨਾਂ ਦੇ ਸੁੰਦਰ ਨੈਣ ਕਿਰਪਾ ਨਾਲ ਭਰ ਗਏ। ਬਾਲਕ ਨੂੰ ਤੁਰੰਤ ਫਿਰ ਜੀਵਿਤ ਕਰ ਦਿੱਤਾ। ਉਸ ਦਾ ਨਾਂ ਅਰਜਾਨੀ ਰੱਖ ਦਿੱਤਾ। ਗੁਰੂ ਜੀ ਦੇ 3 ਪੋਤਰੇ ਸਨ, ਜਿਹੜੇ ਬਾਬਾ ਮੋਹਰੀ ਜੀ ਦੇ ਸਪੁੱਤਰ ਸਨ। ਉਹ ਜੱਗ ਵਿੱਚ ਬਹੁਤ ਮਸ਼ਹੂਰ ਹੋਏ। ਦਿਨ ਬ ਦਿਨ ਸਾਡੀ ਕੁਲ ਵਧੇਗੀ। ਗੁਰੂ ਜੀ ਨੇ ਇਹ ਵਰ ਦਿੱਤਾ, ਜਿਸ ਨੂੰ ਸੁਣ ਕੇ ਘਰ ਵਾਲੇ ਬਹੁਤ ਪ੍ਰਸੰਨ ਹੋਏ। ਬਾਬਾ ਮੋਹਰੀ ਜੀ ਦੀ ਇਸ ਤਰ੍ਹਾਂ ਸੰਤਾਨ ਹੋਈ। ਬਾਬਾ ਮੋਹਣ ਜੀ ਦੀ ਜਿਵੇਂ ਕਥਾ ਸੀ,
ਉਹ ਇਸ ਪ੍ਰਕਾਰ ਸੀ। ਸਰੀਰ ਦੀ ਸੋਝੀ ਪੱਖੋਂ ਵੱਡੇ ਤਿਆਗੀ ਸਨ। ਸਤਿਗੁਰੂ ਜੀ ਦੇ ਇਹ ਸਪੁੱਤਰ ਪੂਰਨ ਪੁਰਖ ਸਨ। ਵਾਧਾ ਘਾਟਾ ਕੁਝ ਨਹੀਂ ਸਮਝਦੇ ਸਨ ਤੇ ਖੁਸ਼ੀ ਗਮੀ ਵੀ ਉਹਨਾਂ ਵਾਸਤੇ ਇੱਕ ਸਮਾਨ ਸੀ। ਅੰਤਰਮੁਖੀ ਰਸ ਨੇ ਮਨ ਨੂੰ ਖਿੱਚਿਆ ਹੋਇਆ ਸੀ। ਇੱਕ ਦਿਨ ਗੁਰੂ ਜੀ ਨੇ ਆਪਣੇ ਸਪੁੱਤਰ ਮੋਹਨ ਨੂੰ ਵੇਖ ਕੇ ਸਹਿ ਸੁਭਾਅ ਬਚਨ ਕੀਤੇ, ਆਓ ਪੁੱਤਰ ਮੋਹਨ ਮਸਤਾਨੇ, ਤੂੰ ਸਦਾ ਹੀ ਸਹਿਜ ਸਰੂਪ ਵਿੱਚ ਗਲਤਾਨ ਰਹਿੰਦਾ ਹੈ। ਉਸ ਦਿਨ ਤੋਂ ਬਾਬੇ ਮੋਹਨ ਜੀ ਸੋਝੀ ਰਹਿਤ ਹੋ ਗਏ। ਸਰੀਰ ਦੀ ਸੋਝੀ ਅਤੇ ਦਵੈਤ ਭਾਵਨਾ ਦਾ ਨਾਸ਼ ਹੋ ਗਿਆ। ਸਰੀਰ ਦੇ ਹੁੰਦਿਆਂ ਵੀ ਆਪਣੇ ਸਰੀਰ ਨੂੰ ਜਾਣਦੇ ਨਹੀਂ ਸਨ। ਮਹਾਨ ਆਤਮਾ ਆਨੰਦ ਸਮਾਨ ਹੋ ਗਈ। ਆਪਣੀ ਕੋਠੜੀ ਵਿੱਚ ਇਕੱਲੇ ਬੈਠੇ ਰਹਿੰਦੇ ਸਨ। ਮਨ ਨੂੰ ਇੰਦਰੀਆਂ ਦੇ ਨਾਲ ਇਕੱਠਾ ਕੀਤਾ ਹੋਇਆ ਸੀ। ਕਮਰੇ ਦੇ ਦਰਵਾਜ਼ੇ ਬੰਦ ਕੀਤੇ ਹੋਏ ਸਨ ਤੇ ਬਾਹਰ ਨਿਕਲ ਕੇ ਕਿਸੇ ਨਾਲ ਵੀ ਬੋਲਦੇ ਸੁਣਦੇ ਨਹੀਂ ਸਨ। ਇੱਕ ਦਿਨ ਦਰਵਾਜ਼ੇ ਬੰਦ ਹੀ ਰਹੇ। ਬਾਬਾ ਜੀ ਬਾਹਰ ਨਿਕਲ ਕੇ ਮਨ ਪ੍ਰਸੰਨ ਕਰਨ ਵਾਸਤੇ ਗਏ। ਗੁਰੂ ਜੀ ਨੇ ਆਗਿਆ ਕਰਕੇ ਸਿੱਖਾਂ ਨੂੰ ਬੁਲਾਇਆ ਅਤੇ ਕਿਹਾ, ਮੋਹਨ ਨੂੰ ਲੱਭ ਕੇ ਅੰਦਰ ਬਿਠਾ ਦਿਓ। ਸਿੱਖ ਉਹਨਾਂ ਨੂੰ ਜਿੱਥੇ ਕਿੱਥੇ ਲੱਭਦੇ ਰਹੇ, ਪਰ ਬਾਬਾ ਜੀ ਐਸੇ ਅਲੋਪ ਹੋਏ ਕਿ ਸਿੱਖਾਂ ਨੂੰ ਕਿਤੇ ਵੀ ਨਾ ਮਿਲੇ। ਕਾਫੀ ਸਮੇਂ ਦੇ ਬਾਅਦ ਬਾਬਾ ਜੀ ਫਿਰ ਆਪਣੇ ਕਮਰੇ ਵਿੱਚ ਪ੍ਰਗਟ ਹੋ ਗਏ ਅਤੇ ਸਾਰੇ ਸਿੱਖਾਂ ਨੇ ਉਹਨਾਂ ਨੂੰ ਵੇਖਿਆ। ਕਦੀ ਉਹ ਦੂਸਰਿਆਂ ਨੂੰ ਦਿਸਣੋਂ ਹਟ ਜਾਂਦੇ ਸਨ, ਕਦੀ ਫਿਰ ਪ੍ਰਗਟ ਹੋ ਜਾਂਦੇ ਸਨ ਤੇ ਮਨੁੱਖਾਂ ਨੂੰ ਦਿਸਣ ਲੱਗ ਪੈਂਦੇ ਸਨ। ਕਦੀ ਬੈਠੇ ਸਿਰ ਨੰਗਾ ਰੱਖਦੇ ਸਨ ਅਤੇ ਮਸਤਾਨਿਆਂ ਵਾਂਗ ਵਿਹਾਰ ਕਰਦੇ ਸਨ। ਭੋਜਨ ਦੋਵਾਂ ਹੱਥਾਂ ਨਾਲ ਖਾਂਦੇ ਸਨ। ਕਦੀ ਬਿਲਕੁਲ ਚੁੱਪ ਰਹਿੰਦੇ ਸਨ ਅਤੇ ਕਦੀ ਉੱਚੀ ਉੱਚੀ ਬੋਲਦੇ ਸਨ। ਆਪਣੇ ਸਪੁੱਤਰ ਦੀ ਅਜਿਹੀ ਦਸ਼ਾ ਵੇਖ ਕੇ ਬਾਬਾ ਮੋਹਨ ਜੀ ਦੀ ਮਾਤਾ ਜੀ ਆਨੰਦ ਦਾਤੇ ਗੁਰੂ ਜੀ ਦੇ ਪਾਸ ਆਏ। ਮਨ ਦੀਨ ਕਰਕੇ ਬੇਨਤੀ ਸਹਿਤ ਬਚਨ ਕਹੇ, ਤੁਸੀਂ ਜਿਸ ਵੱਲ ਵੀ ਆਪਣੀ ਦ੍ਰਿਸ਼ਟੀ ਕਰਦੇ ਹੋ ਤਾਂ ਕਮਲੇ ਵੀ ਸਿਆਣੇ ਹੋ ਜਾਂਦੇ ਹਨ। ਮੁਰਦਿਆਂ ਨੂੰ ਵੀ ਤੁਸੀਂ ਤੁਰੰਤ ਜਿਉਂਦਾ ਕਰ ਦਿੰਦੇ ਹੋ ਅਤੇ ਸਿੱਖ ਸੰਗਤ ਦੇ ਸਾਰੇ ਕਾਰਜ ਸਿੱਧ ਕਰਦੇ ਹੋ। ਆਪ ਜੀ ਦਾ ਵੱਡਾ ਸਪੁੱਤਰ ਸ੍ਰੇਸ਼ਟ ਬੁੱਧੀਵਾਨ ਸੀ। ਮੋਹਨ ਹੁਣ ਮਸਤਾਨਾ ਕਿਵੇਂ ਹੋ ਗਿਆ ਹੈ? ਜੇ ਤੁਸੀਂ ਮਨ ਵਿੱਚ ਇਸ ਤਰ੍ਹਾਂ ਜਾਣਦੇ ਸੀ ਤਾਂ ਇਸ ਦਾ ਫਿਰ ਵਿਆਹ ਕਿਉਂ ਕੀਤਾ? ਵੱਡੀ ਨੂੰ ਪਤੀ ਬਗੈਰ ਦੀਨ ਅਤੇ ਦੁਖੀ ਹੋ ਕੇ ਬੁਰੇ ਹਾਲੀ ਰਹਿ ਰਹੀ ਹੈ। ਮੈਂ ਪਾਸ ਜਾ ਕੇ ਵੇਖ ਕੇ ਪਛਤਾਉਂਦੀ ਹਾਂ। ਲਾਜਵਸ ਹੋ ਕੇ ਉਹ ਕੁਝ ਕਹਿੰਦੀ ਨਹੀਂ ਹੈ, ਕਦੀ ਵੀ ਪ੍ਰਸੰਨ ਨਹੀਂ ਹੁੰਦੀ। ਹੋਰ ਇਸਤਰੀਆਂ ਨੂੰ ਵੇਖ ਕੇ ਮਨ ਵਿੱਚ ਸੁਖੀ ਨਹੀਂ ਹੁੰਦੀ। ਸੰਤਾਨਹੀਨ ਵੱਡੀ ਵਿਯੋਗਣ ਹੈ। ਸ਼ੋਕਵਾਨ ਹੋਣ ਕਰਕੇ ਗਹਿਣੇ ਕੱਪੜੇ ਵੀ ਨਹੀਂ ਚਾਹੁੰਦੀ। ਉਸ ਦੇ ਦੁਖੀ ਹੋਣ ਕਰਕੇ ਮੇਰਾ ਮਨ ਵੀ ਬੜਾ ਦੁਖੀ ਰਹਿੰਦਾ ਹੈ ਜਦ ਮੈਂ ਉਸ ਨੂੰ ਡਾਢੀ ਅਨਾਥਾਂ ਵਰਗੀ ਵੇਖਦੀ ਹਾਂ। ਇਹ ਸੁਣ ਕੇ ਗੁਰੂ ਜੀ ਬਹੁਤ ਬੜੇ ਪ੍ਰਸੰਨ ਹੋਏ। ਮੋਹਨ ਮਹਾ ਆਨੰਦ ਨਾਲ ਮਿਲੇ ਹੋਏ ਹਨ। ਮੋਹਨ ਤੇ ਮੇਰੇ ਵਿੱਚ ਕੋਈ ਭੇਦ ਨਹੀਂ, ਅਸੀਂ ਦੋਵੇਂ ਇੱਕ ਰੂਪ ਹਾਂ। ਉਹ ਆਨੰਦ ਵਿਵੇਕ ਦੇ ਸਮੁੰਦਰ ਵਿੱਚ ਲੀਨ ਹੈ। ਇਹ ਗੁੱਝੀ ਕਥਾ ਉਹ ਕਿਸੇ ਨੂੰ ਨਹੀਂ ਕਹਿੰਦਾ। ਮੋਹਨ ਹਰ ਪ੍ਰਕਾਰ ਨਾਲ ਪੂਰਨ ਹੈ। ਤੂੰ ਕਹਿ ਰਹੀ ਹੈ ਕਿ ਮੇਰੀ ਨੂੰਹ ਅਨਾਥ ਹੈ, ਇਸ ਲਈ ਇਹ ਕੁਝ ਉਸ ਨੂੰ ਜਾ ਕੇ ਕਹੋ। ਆਪਣੀ ਨੂੰਹ ਨੂੰ ਸੁੰਦਰ ਕੱਪੜੇ ਪਹਿਨਾਓ, ਫਿਰ ਆਪਣੇ ਨਾਲ ਲੈ ਕੇ ਮੋਹਨ ਦੇ ਪਾਸ ਜਾਓ। ਉਸ ਨੂੰ ਮੋਹਨ ਦੇ ਚਰਨਾਂ ਤੇ ਪਾਓ ਅਤੇ ਦੀਨ ਹੋ ਕੇ ਬੇਨਤੀ ਕਰੋ। ਜਦ ਮੋਹਨ ਦੀ ਦ੍ਰਿਸ਼ਟੀ ਉਸ ਉੱਤੇ ਪਵੇਗੀ ਤਦ ਉਸ ਨੂੰ ਪੁੱਤਰ ਦਾ ਵਰ ਪ੍ਰਾਪਤ ਹੋਏਗਾ। ਸਤਿਗੁਰੂ ਜੀ ਦੇ ਸੁਹਾਵਨੇ ਬਚਨ ਸੁਣ ਕੇ ਬਾਬੇ ਮੋਹਨ ਜੀ ਦੀ ਮਾਤਾ ਨੇ ਆ ਕੇ ਆਪਣੀ ਵੱਡੀ ਨੂੰਹ ਨੂੰ ਸਮਝਾਇਆ। ਫਿਰ ਉਸ ਨੂੰ ਆਪਣੇ ਨਾਲ ਲੈ ਕੇ ਬਾਬਾ ਮੋਹਨ ਜੀ ਦੇ ਪਾਸ ਗਈ। ਤਦ ਬਾਬਾ ਮੋਹਨ ਜੀ ਨੇ ਉਸ ਵੱਲ ਵੇਖ ਕੇ ਕਿਰਪਾ ਦ੍ਰਿਸ਼ਟੀ ਕੀਤੀ। ਆਪਣੇ ਪਤੀ ਨੂੰ ਬੰਦਨਾ ਕਰਕੇ ਆ ਗਈ ਅਤੇ ਉਸ ਤੋਂ ਬਾਅਦ ਗਰਭ ਧਾਰਨ ਕਰ ਲਿਆ। ਕੁਝ ਸਮੇਂ ਬਾਅਦ ਇੱਕ ਆਨੰਦਦਾਇਕ ਸਪੁੱਤਰ ਨੇ ਬਾਬੇ ਮੋਹਨ ਜੀ ਦੇ ਘਰ ਜਨਮ ਲਿਆ। ਗੁਰੂ ਜੀ ਨੂੰ ਆ ਕੇ ਇਹ ਖਬਰ ਸੁਣਾਈ। ਵਧਾਈ ਦੇ ਕੇ ਬਹੁਤ ਆਨੰਦ ਮੰਗਲ ਕੀਤਾ। ਸਾਰੇ ਘਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਤੇ ਪੋਤਰੇ ਦਾ ਨਾਂ ਸੰਸਰਾਮ ਰੱਖਿਆ ਗਿਆ। ਸੰਸਰਾਮ ਨੇ ਆਪਣੇ ਪਿਛਲੇ ਜਨਮ ਵਿੱਚ ਵੱਡੀ ਘਾਲ ਕਮਾਈ ਕੀਤੀ ਸੀ, ਜਿਸ ਨੇ ਬਹੁਤ ਤਾਪਾਤ ਕੀਤੇ ਸਨ। ਜਦ ਬਾਲਕ ਕੁਝ ਦਿਨਾਂ ਦਾ ਹੋਇਆ ਤਾਂ ਬੱਚੇ ਦੀ ਮਾਂ ਪਰਲੋਕ ਸਿਧਾਰ ਗਈ। ਉਸ ਉੱਤੇ ਕਿਰਪਾਲ ਗੁਰੂ ਜੀ ਨੇ ਬਹੁਤ ਕਿਰਪਾ ਕੀਤੀ। ਉਸ ਬਾਲਕ ਨੂੰ ਬੜੀ ਮਿਹਨਤ ਨਾਲ ਪਾਲਿਆ।
ਉਹ ਗੁਰੂ ਜੀ ਦੇ ਸੀਤ ਪ੍ਰਸਾਦ ਦਾ ਭੋਜਨ ਕਰਕੇ ਬੜਾ ਆਨੰਦ ਲੈਂਦਾ ਸੀ। ਜਦ ਉਮਰ ਵਿੱਚ ਵੱਡਾ ਹੋਇਆ ਤਾਂ ਉਹ ਸਤਿਗੁਰੂ ਜੀ ਦੀ ਬਾਣੀ ਲਿਖਦਾ ਸੀ। ਪਹਿਲੇ ਗੁਰੂ ਜੀ ਦੀ ਜਿੰਨੀ ਬਾਣੀ ਸੀ ਅਤੇ ਜਿਹੜੀ ਬਾਣੀ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਕਹੀ ਸੀ, ਸਾਰੀ ਬਾਣੀ ਨੂੰ ਉਸਨੇ ਬੜਾ ਸਵਾਰ ਬਣਾ ਕੇ ਲਿਖਿਆ ਅਤੇ ਬਾਣੀ ਦੇ ਅਰਥ ਸਮਝ ਕੇ ਮਹਾਨ ਸੁਖ ਪਾਉਂਦਾ ਸੀ। ਆਪਣੇ ਦਾਦੇ ਦਾ ਸੀਤ ਪ੍ਰਸ਼ਾਦ ਖਾਣ ਕਰਕੇ ਉਹ ਵੱਡਾ ਸਿੱਧ ਬਣ ਗਿਆ। ਇਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਦੇ ਪੋਤਰਿਆਂ ਨੇ, ਜਿਹੜੇ ਸਮੂਹ ਗੁਣਾਂ ਵਿੱਚ ਭਰਪੂਰ ਸਨ, ਜਨਮ ਲਿਆ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ, ਜਿਹੜਾ ਵੀ ਇਸ ਕਥਾ ਨੂੰ ਸਦਾ ਦਿਲ ਲਾ ਕੇ ਸੁਣੇਗਾ ਅਤੇ ਪੜ੍ਹੇਗਾ, ਜੇ ਉਹ ਬਿਨਾਂ ਸੰਤਾਨ ਦੇ ਹੋਵੇਗਾ ਤਾਂ ਸੰਤਾਨ ਵਾਲਾ ਹੋ ਜਾਏਗਾ। ਜਿਹੜਾ ਸ੍ਰੀ ਗੁਰੂ ਅਮਰਦਾਸ ਜੀ ਦੀ ਸੁੰਦਰ ਕਥਾ ਨੂੰ ਦ੍ਰਿੜ ਕਰੇਗਾ, ਉਸ ਦੀਆਂ ਹੋਰ ਕਾਮਨਾਵਾਂ ਵੀ ਪੂਰੀਆਂ ਹੋਣਗੀਆਂ। ਇਹ ਕਥਾ ਭੁਗਤੀ ਮੁਕਤੀ ਦੀ ਵੱਡੀ ਦਾਤੀ ਹੈ। ਜਿਨ੍ਹਾਂ ਨੇ ਇਸ ਦੇ ਮਹਾਤਮ ਨੂੰ ਜਾਣ ਲਿਆ ਹੈ, ਉਹ ਬਹੁਤ ਵੱਡਾ ਫਲ ਪ੍ਰਾਪਤ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।